ਨਾਵਲ ਉਸ ਪਾਰ ਜ਼ਿੰਦਗੀ ਦਾ ਭਾਗ 12ਵਾਂ। ਦੀਪ ਹੋਰੀ ਸਾਰੇ ਜਣੇ ਜੰਗਲ ਦੇ ਵਿੱਚ ਬੈਠੇ ਇੰਤਜ਼ਾਰ ਕਰਨ ਲੱਗੇ ਕਿ ਸ਼ਾਇਦ ਕੋਈ ਮਸੀਹਾ ਆਏਗਾ ਤੇ ਉਹਨਾਂ ਨੂੰ ਇੱਥੋਂ ਚੱਕ ਕੇ ਅਮਰੀਕਾ ਛੱਡ ਦੇਵੇਗਾ। ਇਹ ਸਭ ਕੁਝ ਕਹਾਣੀਆਂ ਕਿਤਾਬਾਂ ਤੱਕ ਹੀ ਸਹੀ ਲੱਗਦਾ ਆ, ਪਰ ਅਸਲ ਜ਼ਿੰਦਗੀ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਤੇ ਨਾ ਹੀ ਭਵਿੱਖ ਵਿੱਚ ਕਦੀ ਹੋਵੇਗਾ। ਇਸ ਦੁਨੀਆ ਵਿੱਚ ਉਸੇ ਹੀ ਕੀਤੀ ਮਿਹਨਤ ਦਾ ਫਲ ਮਿਲਦਾ ਹੈ ਜਿਹੜੀ ਤੁਸੀਂ ਆਪਣੇ ਹੱਥੀਂ ਕਰੋਗੇ। ਕੀਤੀ ਮਿਹਨਤ ਤੋਂ ਬਗੈਰ ਕਿਸੇ ਨੂੰ ਫਲ ਤਾਂ ਅਜੇ ਤੱਕ ਮਿਲਿਆ ਹੀ ਨਹੀਂ ਹੋਵੇਗਾ। ਚੋਰ ਠੱਗ ਤਾਂ ਲੁੱਟਾਂ ਖੋਹਾਂ ਕਰਕੇ ਆਪਣਾ ਗੁਜ਼ਾਰਾ ਕਰ ਹੀ ਲੈਂਦੇ ਆ, ਪਰ ਉਹਨਾਂ ਦੀ ਮਿਹਨਤ ਦਾ ਨਹੀਂ ਸਗੋਂ ਕਿਸੇ ਹੋਰ ਦੀ ਮਿਹਨਤ ਦਾ ਫਲ ਹੁੰਦਾ ਆ। ਜੰਗਲਾਂ ਵਿੱਚ ਦੀ ਚੋਰੀ ਛੁਪੇ ਰਾਤ ਬਰਾਤੇ ਇਹੋ ਜਿਹੇ ਸਫ਼ਰ ਕਰਦੇ ਆ, ਤਕਰੀਬਨ ਸਭ ਕੁਝ ਪਹਿਲਾਂ ਹੀ ਤੈਅ ਕੀਤਾ ਜਾਂਦਾ ਆ। ਇਸੇ ਲਈ ਹੀ ਡੌਂਕਰ ਮੁੰਡਿਆਂ ਦੇ ਨਾਲ ਜ਼ਿਆਦਾ ਸਖਤੀ ਵਰਤਦੇ ਆ। ਇਹੋ ਜਿਹੇ ਕੰਮਾਂ ਵਿੱਚ ਵਕਤ ਸਿਰ ਸਹੀ ਟਿਕਾਣੇ ਪਹੁੰਚਣਾ ਬਹੁਤ ਹੀ ਮਹੱਤਵ ਰੱਖਦਾ ਆ। ਠੀਕ ਉਸੇ ਤਰ੍ਹਾਂ ਜਿਵੇਂ ਇੱਕ ਰੇਲ ਗੱਡੀ ਦੂਜੀ ਰੇਲ ਗੱਡੀ ਦਾ ਸਟੇਸ਼ਨ ਪਹੁੰਚਣ ਤੱਕ ਇੰਤਜ਼ਾਰ ਕਰਦੀ ਆ ਤੇ ਰੇਲ ਗੱਡੀ ਪਹੁੰਚਣ ਤੇ ਪਹਿਲੀ ਰੇਲ ਗੱਡੀ ਦੀਆਂ ਸਵਾਰੀਆਂ ਲੈ ਕੇ ਦੂਜੀ ਰੇਲ ਗੱਡੀ ਆਪਣੇ ਅਗਲੇ ਸਫ਼ਰ ਲਈ ਨਿਕਲ ਤੁਰਦੀ ਆ। ਕਈ ਵਾਰ ਤਾਂ ਸਿਰਫ ਇੰਜਣ ਹੀ ਬਦਲੀ ਕੀਤਾ ਜਾਂਦਾ ਆ। ਇੱਥੇ ਵੀ ਕੁਝ ਇਸ ਤਰ੍ਹਾਂ ਦਾ ਹੀ ਹੁੰਦਾ ਆ, ਪਰ ਹਰ ਮੁਲਕ ਵਿੱਚ ਉਹਨਾਂ ਦਾ ਅਗਲਾ ਮਾਰਗਦਰਸ਼ਨ ਕਰਨ ਵਾਲਾ ਡੌਂਕਰ ਹੀ ਬਦਲਦਾ ਰਿਹਾ ਆ। ਸਵੇਰ ਤੋਂ ਦੁਪਹਿਰਾ ਹੋ ਗਿਆ ਸੀ, ਪਰ ਅਜੇ ਤੱਕ ਕੋਈ ਵੀ ਡੌਂਕਰ ਦੀਪੂਰਾ ਕੋਲ ਨਹੀਂ ਸੀ ਪਹੁੰਚਿਆ। ਅੱਜ ਤਾਂ ਲੱਗਦਾ ਰੱਬ ਦੇ ਨਾਲ ਨਾਲ ਡੌਂਕਰਾਂ ਨੂੰ ਵੀ ਸਾਡਾ ਚੇਤਾ ਹੀ ਭੁੱਲ ਗਿਆ ਆ ਕਿ ਅਸੀਂ ਜੰਗਲ ਵਿੱਚ ਬੈਠੇ ਉਹਨਾਂ ਦੀ ਉਡੀਕ ਕਰ ਰਹੇ ਹਾਂ। ਹੰਬੇ ਹਾਰੇ ਬੈਠੇ ਕਾਫਲੇ ਵਿੱਚ ਇੱਕ ਜਣਾ ਆਖਣ ਲੱਗਿਆ, ਡੌਂਕਰਾਂ ਨੂੰ ਤਾਂ ਆਪਣਾ ਚੇਤਾ ਭੁੱਲ ਸਕਦਾ, ਪਰ ਉਸ ਮਾਲਕ ਨੇ ਆਪਾਂ ਨੂੰ ਕਦੇ ਨਹੀਂ ਵਿਸਾਰਿਆ। ਜੇਕਰ ਉਹ ਪਰਮਾਤਮਾ ਆਪਾਂ ਨੂੰ ਭੁੱਲ ਜਾਂਦਾ ਤਾਂ ਸ਼ਾਇਦ ਅਸੀਂ ਵੀ ਪਨਾਮੇ ਮਾਰ ਖੱਪ ਜਾਣਾ ਸੀ। ਦੀਪ ਨੇ ਪਿਛਲਾ ਪਨਾਮਾ ਕਾਂਡ ਯਾਦ ਕਰਦਿਆਂ ਉਸ ਰੱਬ ਦੀ ਸਿਫਤ ਕੀਤੀ। ਜੇਕਰ ਉਸ ਮਾਲਕ ਨੇ ਆਪਾਂ ਨੂੰ ਨਹੀਂ ਭੁਲਾਇਆ ਤਾਂ ਭੁੱਲਦੇ ਡੌਂਕਰ ਵੀ ਨਹੀਂ। ਉਹਨਾਂ ਨੇ ਵੀ ਆਪਣੇ ਸਹੀ ਵਕਤ ਤੇ ਆਪਣੇ ਕੋਲ ਪਹੁੰਚ ਹੀ ਜਾਣਾ ਆ। ਤੁਸੀਂ ਫਿਕਰ ਨਾ ਕਰੋ। ਲਾਲੀ ਸਾਰਿਆਂ ਨੂੰ ਹੌਸਲਾ ਦੇਣ ਲੱਗਿਆ ਸੀ। ਤੁਸੀਂ ਘਬਰਾਓ ਨਾ, ਪਰਮਾਤਮਾ ਸਭ ਠੀਕ ਕਰੇਗਾ। ਦੀਪ ਹੌਸਲੇ ਦੀ ਮੂਰਤ ਬਣੀ ਬੈਠਾ ਸੀ। ਸ਼ਾਮ ਦੇ 5 ਵਜੇ 2 ਡੌਂਕਰ ਜੰਗਲ ਵਿੱਚ ਪਹੁੰਚ ਗਏ ਸੀ। ਐਲਨਨ ਸਿਟੀ ਦੇ ਜੰਗਲ ਵਿੱਚੋਂ ਡੌਂਕਰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਸਮੁੰਦਰ ਵੱਲ ਨੂੰ ਤੁਰਨ ਲੱਗੇ ਸੀ। ਅਜੇ ਜੰਗਲ ਵਿੱਚੋਂ ਬਾਹਰ ਨਿਕਲੇ ਹੀ ਸੀ ਕਿ ਉਹਨਾਂ ਕੋਲ 2 ਗੱਡੀਆਂ ਆਣ ਕੇ ਰੁਕ ਗਈਆਂ। ਸਮੁੰਦਰ ਦੇ ਕਿਨਾਰੇ ਕੋਈ 2 ਘੰਟੇ ਗੱਡੀਆਂ ਚੱਲਦੀਆਂ ਰਹੀਆਂ ਤੇ ਫਿਰ ਲਾ ਵਿਰਗੇਨ ਤੋਂ ਗੱਡੀਆਂ ਨੂੰ ਇੱਕ ਸ਼ਹਿਰ ਵੱਲ ਮੋੜ ਲਿਆ ਗਿਆ। ਉਸੇ ਤਰ੍ਹਾਂ 10 ਮਿੰਟ ਗੱਡੀਆਂ ਚੱਲਦੀਆਂ ਰਹੀਆਂ ਸੀ ਤੇ ਫਿਰ ਇੱਕ ਥਾਂ ਗੱਡੀਆਂ ਨੂੰ ਰੋਕ ਲਿਆ ਗਿਆ ਤੇ ਸਾਰੇ ਜਣਿਆਂ ਨੂੰ ਗੱਡੀਆਂ ਵਿੱਚੋਂ ਬਾਹਰ ਕੱਢ ਲਿਆ ਗਿਆ। ਇਹ ਨਿਕਾਰਾਗੁਆ ਦਾ ਇੱਕ ਸ਼ਹਿਰ ਕੋਲਾਮਾ ਆ। ਇਹ ਸ਼ਹਿਰ ਕੋਲਾਮਾ ਪਹਾੜੀ ਇਲਾਕੇ ਦੇ ਵਿੱਚ ਹੈਗਾ ਆ। ਇਸ ਸ਼ਹਿਰ ਦੀ ਕੋਈ ਬਹੁਤੀ ਵੱਡੀ ਆਬਾਦੀ ਨਹੀਂ ਲੱਗਦੀ। ਡੌਂਕਰਾਂ ਨੇ ਇੱਥੇ ਸਾਰਿਆਂ ਨੂੰ ਇੱਕ ਪੁਰਾਣੀ ਜਿਹੀ ਇਮਾਰਤ ਵਿੱਚ ਰੱਖਿਆ ਸੀ। ਇਸ ਘਰ ਵਿੱਚ ਪਹਿਲਾਂ ਹੀ 30 ਕੁ ਮੁੰਡੇ ਬੈਠੇ ਸੀ ਤੇ ਇਹਨਾਂ ਦੇ ਵਿੱਚ ਉਹ ਵੀ ਮੁੰਡੇ ਬੈਠੇ ਸੀ ਜਿਹੜੇ ਇਕਵਾਡੋਰ ਤੋਂ ਦੀਪੂਰਾ ਨੂੰ ਛੱਡ ਕੇ ਪਹਿਲਾਂ ਆਪਣੀ ਮੰਜ਼ਿਲ ਵੱਲ ਨੂੰ ਤੁਰਨ ਲੱਗੇ ਸੀ। ਆਪਣੇ ਪੁਰਾਣੇ ਸਾਥੀਆਂ ਨੂੰ ਵੇਖ ਕੇ ਦੀਪੂਰਾ ਦੇ ਚਿਹਰਿਆਂ ਦੇ ਉੱਪਰ ਰੌਣਕ ਆ ਗਈ ਸੀ। ਸਾਈਂ, ਤੁਹਾਨੂੰ ਕਿਹਾ ਸੀ ਨਾ ਆਪਾਂ ਫਿਰ ਜ਼ਰੂਰ ਮਿਲਾਂਗੇ। ਆਹ ਦੇਖ ਲਓ, ਅੱਲਾਹ ਤਾਲਾ ਨੇ ਮੁੜ ਆਪਣਾ ਮੇਲ ਕਰਾ ਦਿੱਤਾ। ਦੀਪੂਰਾ ਨੂੰ ਵੇਖਦਿਆਂ ਸਾਰੀ ਅਨਵਰ ਖਾਨ ਉੱਠ ਕੇ ਖੜਾ ਹੋ ਗਿਆ। ਤੁਸੀਂ ਵੀ ਸਾਡੇ ਵਾਂਗੂ ਰਾਹਾਂ ਦੀ ਖਾਕ ਹੀ ਛਾਣੀ ਜਾਂਦੇ ਆ। ਅਸੀਂ ਤਾਂ ਸੋਚਿਆ ਸੀ ਕਿ ਤੁਸੀਂ ਕਿਨਾਰੇ ਪਹੁੰਚ ਗਏ ਹੋਵੋਗੇ। ਥੱਕੇ ਟੁੱਟੇ ਲਾਲੀ ਨੇ ਅੱਗੋਂ ਜਵਾਬ ਦਿੱਤਾ, ਤੂੰ ਸਾਨੂੰ ਛੱਡ ਕੇ ਭਲਾ ਅਸੀਂ ਕਿਵੇਂ ਕਿਸੇ ਕਿਨਾਰੇ ਲੱਗ ਸਕਦੇ ਆ ਸਾਈਂ। ਅਨਵਰ ਪੱਕੀ ਦੋਸਤੀ ਗੰਢਣ ਲੱਗਾ ਸੀ। ਪਹਿਲਾਂ ਵੀ ਸਾਨੂੰ ਪਿੱਛੇ ਛੱਡ ਕੇ ਤੁਸੀਂ ਅੱਗੇ ਵਧੇ ਸੀ। ਵਧੇ ਕਾਨੂੰ ਸਾਈਂ, ਇੱਥੋਂ ਤੱਕ ਧੱਕੇ ਖਾਂਦੇ ਆਏ ਆ। ਲੱਗਦਾ ਧੱਕੇ ਤਾਂ ਹੁਣ ਆਪਣੇ ਲੇਖਾਂ ਵਿੱਚ ਪੱਕੇ ਹੀ ਲਿਖੇ ਗਏ ਆ। ਨਿਰਾਸ਼ ਹੁੰਦਿਆਂ ਦੀਪ ਆਖਣ ਲੱਗਿਆ, ਹੌਸਲਾ ਨਹੀਂ ਛੱਡੀਦਾ ਸਾਈਂ। ਜਿਸ ਮੌਲਾ ਨੇ ਆਪਾਂ ਨੂੰ ਇੱਥੋਂ ਤੱਕ ਅੱਪੜਦੇ ਕੀਤਾ, ਹੁਣ ਮੰਜ਼ਿਲ ਤੱਕ ਵੀ ਜ਼ਰੂਰ ਪਹੁੰਚਦਾ ਕਰੇਗਾ। ਇਸ ਘਰ ਵਿੱਚ ਫਿਰ ਤੋਂ ਸਾਰੇ ਜਣੇ ਇਕੱਠੇ ਹੋ ਗਏ ਸੀ। ਇਹ ਘਰ ਕੋਈ ਬਹੁਤਾ ਵੱਡਾ ਨਹੀਂ ਸੀ, ਨਾ ਹੀ ਇਸ ਘਰ ਦੀ ਕੋਈ ਸਫਾਈ ਵੱਲ ਕਿਸੇ ਨੇ ਧਿਆਨ ਦਿੱਤਾ ਸੀ। ਡੌਂਕਰਾਂ ਨੇ ਇਸ ਘਰ ਵਿੱਚ ਇੱਕ ਵੱਡਾ ਜਿਹਾ ਪਤੀਲਾ ਤੇ ਨਾਲ ਗੈਸ ਦਾ ਪ੍ਰਬੰਧ ਕੀਤਾ ਹੋਇਆ ਸੀ। ਪਤੀਲਾ, ਗੈਸ ਵਗੈਰਾ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਡੌਂਕਰਾਂ ਨੇ ਇਸ ਖੰਡਰ ਇਮਾਰਤ ਨੂੰ ਆਪਣਾ ਪੱਕਾ ਹੀ ਅੱਡਾ ਬਣਾਇਆ ਹੋਵੇ। ਦੀਪ ਹੋਰਾਂ ਦੇ ਪਹੁੰਚਣ ਤੋਂ ਪਹਿਲਾਂ ਇਸ ਘਰ ਵਿੱਚ 7-8 ਕਿਲੋ ਆਲੂ ਤੇ ਥੋੜੇ ਜਿਹੇ ਚੌਲ ਪਏ ਸੀ। ਡੌਂਕਰਾਂ ਨੇ ਸ਼ਾਮ ਦੇ 8 ਵਜੇ ਮੁੰਡਿਆਂ ਲਈ ਹੋਰ ਆਲੂ ਤੇ ਚੌਲ ਲਿਆ ਦਿੱਤੇ ਤੇ ਨਾਲ ਕਹਿ ਦਿੱਤਾ ਕਿ ਤੁਸੀਂ ਬਣਾ ਕੇ ਖਾ ਲੈਣਾ। ਡੌਂਕਰ ਆਪ ਕਿਸੇ ਹੋਰ ਪਾਸੇ ਨੂੰ ਚਲੇ ਗਏ ਸੀ। ਡੌਂਕਰ ਬਹੁਤ ਘੱਟ ਹੀ ਮੁੰਡਿਆਂ ਕੋਲ ਠਹਿਰਦੇ ਸੀ ਕਿਉਂਕਿ ਉਹਨਾਂ ਨੂੰ ਆਪਣੇ ਫੜੇ ਜਾਣ ਦਾ ਵੀ ਡਰ ਹੁੰਦਾ ਸੀ। ਅੱਜ ਦੀਪ ਹੋਰੀ ਕੋਈ ਬਹੁਤੀ ਥਕਾਵਟ ਨਹੀਂ ਸੀ ਮਹਿਸੂਸ ਕਰ ਰਹੇ ਕਿਉਂਕਿ ਉਹਨਾਂ ਨੇ ਪਹਿਲਾਂ ਸਾਰਾ ਦਿਨ ਜੰਗਲ ਵਿੱਚ ਆਰਾਮ ਕੀਤਾ ਤੇ ਫਿਰ ਕੋਲਾਮਾ ਵਾਲਾ ਸਫ਼ਰ ਵੀ ਗੱਡੀਆਂ ਰਾਹੀਂ ਤੈਅ ਹੋ ਗਿਆ ਸੀ। ਜਿਹੜੇ ਮੁੰਡੇ ਪੈਰੋਂ ਨੰਗੇ ਸੀ ਉਹਨਾਂ ਲਈ ਬਹੁਤ ਮੁਸ਼ਕਲ ਸੀ ਕਿਉਂਕਿ ਹਰ ਵਾਰ ਗੱਡੀਆਂ ਰਾਹੀਂ ਸਫ਼ਰ ਕਰਨਾ ਤਾਂ ਇੱਕ ਜਾਗਦਿਆਂ ਦੇਖੇ ਸੁਪਨੇ ਵਾਂਗੂ ਹੀ ਆ। ਕਿਸੇ ਨੇ ਆਲੂਆਂ ਨੂੰ ਉਬਾਲਿਆ ਤੇ ਕਿਸੇ ਨੇ ਚੌਲ ਉਬਾਲ ਲਏ। ਇਸ ਤਰ੍ਹਾਂ ਕਰਕੇ ਸਾਰਿਆਂ ਨੇ ਮਿਲ ਕੇ ਖਾਣਾ ਤਿਆਰ ਕਰ ਲਿਆ। ਇਹੋ ਜਿਹੇ ਬਣੇ ਖਾਣੇ ਨੂੰ ਆਪਾਂ ਖਾਣਾ ਤਾਂ ਨਹੀਂ ਕਹਿ ਸਕਦੇ, ਪਰ ਪੇਟ ਭਰਨ ਲਈ ਕਾਫੀ ਸੀ। ਸਭ ਨੇ ਆਪਣੀ ਲੋੜ ਮੁਤਾਬਕ ਆਲੂ ਚੌਲ ਖਾਧੇ ਤੇ ਆਪਸ ਵਿੱਚ ਦੁੱਖ ਸੁੱਖ ਫਰੋਲਣ ਲੱਗ ਗਏ। ਇਹੋ ਜਿਹੀਆਂ ਰਾਹਾਂ ਦੇ ਵਿੱਚ ਸੁੱਖ ਭਲਾ ਕਿੱਥੇ, ਦੁੱਖ ਹੀ ਹੁੰਦੇ ਆ।
ਤੇ ਦੁੱਖ ਵੀ ਉਹ ਜਿਨ੍ਹਾਂ ਨੂੰ ਅਸੀਂ ਆਪ ਪੈਸੇ ਦੇ ਕੇ ਖਰੀਦਿਆ ਹੁੰਦਾ ਆ। ਆਪਣੇ ਪੱਲਿਓਂ ਲੱਖਾਂ ਰੁਪਈਆ ਖਰਚ ਕਰਕੇ ਜੰਗਲਾਂ ਪਹਾੜਾਂ ਦੇ ਵਿੱਚ ਮਜਬੂਰਨ ਭੁੱਖੇ ਪਿਆਸੇ ਰਹਿਣਾ ਹੁੰਦਾ ਆ। ਆਪਣੇ ਦੁੱਖਾਂ ਦੀ ਗਠਰੀ ਨੂੰ ਫਲੋਲਦਿਆਂ ਕੋਈ ਆਪਣੇ ਨੰਗੇ ਪੈਰਾਂ ਨੂੰ ਨੱਪਦਾ ਕੁੱਟਦਾ ਤੇ ਕੋਈ ਪਿਛਲੇ ਰਾਹ ਦੀ ਗੱਲ ਦੱਸਦਾ ਰੋਣ ਲੱਗ ਜਾਂਦਾ ਸੀ। ਇਸੇ ਤਰ੍ਹਾਂ ਆਪਣੇ ਦੁੱਖਾਂ ਦੀ ਪੰਡ ਨੂੰ ਸਮੇਟਦਿਆਂ ਸਾਰੇ ਜਣੇ ਸੌਣ ਲੱਗੇ ਸੀ। ਦੂਜੇ ਦਿਨ ਸਵੇਰੇ 10 ਵਜੇ ਇੱਕ ਡੌਂਕਰ ਉਹਨਾਂ ਸਾਰੇ ਮੁੰਡਿਆਂ ਨੂੰ ਮਿਲਣ ਲਈ ਉਸ ਘਰ ਵਿੱਚ ਆਉਂਦਾ ਆ ਜਿੱਥੇ ਸਾਰੇ ਕਾਫਲੇ ਨੂੰ ਰੱਖਿਆ ਹੋਇਆ ਸੀ। ਕਿਸੇ ਨੂੰ ਕੁਝ ਚਾਹੀਦਾ ਹੋਵੇ ਤਾਂ ਉਹ ਪੈਸੇ ਦੇ ਕੇ ਮੰਗਵਾ ਸਕਦਾ। ਤੁਸੀਂ ਸਾਰਿਆਂ ਨੇ ਅੱਜ ਰਾਤ ਇਸੇ ਘਰ ਵਿੱਚ ਹੀ ਰਹਿਣਾ ਹੈ ਤੇ ਕੱਲ ਨੂੰ ਤੜਕੇ ਆਪਾਂ ਇੱਥੋਂ ਅੱਗੇ ਚੱਲਾਂਗੇ। 1-2 ਦਿਨਾਂ ਵਿੱਚ ਹੀ ਤੁਹਾਨੂੰ ਬਾਰਡਰ ਪਾਰ ਕਰਾ ਦਿੱਤਾ ਜਾਏਗਾ। ਡੌਂਕਰ ਨੇ ਆਪਣੀ ਅਗਲੀ ਵਿਉਂਤਬੰਦੀ ਸਾਰਿਆਂ ਨੂੰ ਸਮਝਾਈ। ਠੀਕ ਆ, ਹੋਰ ਇਸ ਤਰ੍ਹਾਂ ਕਿੰਨੇ ਕੁ ਬਾਰਡਰ ਪਾਰ ਕਰਨੇ ਪੈਣਗੇ? ਇੱਕ ਜਣੇ ਨੇ ਸਵਾਲ ਕੀਤਾ। ਇਸ ਬਾਰੇ ਸਾਨੂੰ ਨਹੀਂ ਪਤਾ, ਸਾਡਾ ਕੰਮ ਹੈਗਾ ਤੁਹਾਨੂੰ ਨਿਕਾਰਾਗੁਆ ਵਿੱਚੋਂ ਬਾਹਰ ਕੱਢਣਾ। ਡੌਂਕਰ ਨੇ ਆਉਣ ਵਾਲੀ ਸਾਰੀ ਸੱਚਾਈ ਸਾਰਿਆਂ ਨੂੰ ਸੱਚ-ਸੱਚ ਦੱਸ ਦਿੱਤੀ। ਓਕੇ, ਸਾਰਿਆਂ ਨੇ ਸਿਰ ਫੜਦੇ ਹਾਮੀ ਭਰੀ। ਬਸ ਸਾਨੂੰ ਬਾਹਰ ਹੀ ਕੱਢੀ ਜਾਇਓ, ਕਦੀ ਰਹਿਣ ਨਾ ਦਿਓ। ਮੁੰਡਿਆਂ ਦੇ ਚਿਹਰਿਆਂ ਵੱਲ ਤੱਕਦਿਆਂ ਅਨਵਰ ਨੇ ਗੱਲ ਮਜ਼ਾਕ ਵਿੱਚ ਪਾਉਣੀ ਚਾਹੀ, ਪਰ ਕਿਸੇ ਦੇ ਵੀ ਚਿਹਰੇ ਦੇ ਉੱਪਰ ਹਾਸਾ ਨਹੀਂ ਸੀ ਆਇਆ। ਉਸ ਕਾਫਲੇ ਵਿੱਚੋਂ ਜੋ ਕੁਝ ਵੀ ਕਿਸੇ ਨੇ ਮੰਗਵਾਉਣਾ ਸੀ ਉਸਨੇ ਆਪਣਾ ਨਾਮ ਲਿਖਾ ਕੇ ਆਪਣੀ ਲੋੜ ਮੁਤਾਬਕ ਡੌਂਕਰ ਨੂੰ ਦੱਸ ਦਿੱਤਾ ਤੇ ਨਾਲ ਹੀ ਪੈਸੇ ਫੜਾ ਦਿੱਤੇ। ਇਹੋ ਜਿਹੇ ਵਕਤ ਭਲਾ ਕਿਸੇ ਨੇ ਕੀ ਮੰਗਵਾਉਣਾ ਸੀ? ਜਿਹੜੇ ਮੁੰਡੇ ਪੈਰੋਂ ਨੰਗੇ ਸੀ ਉਹਨਾਂ ਨੇ ਆਪਣੇ ਲਈ ਬੂਟ ਜ਼ਰੂਰ ਮੰਗਵਾਏ ਸੀ, ਕਿਉਂਕਿ ਉਹ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਸੀ ਕਿ ਇਸ ਸਫ਼ਰ ਤੇ ਨੰਗੇ ਪੈਰੀ ਤੁਰ ਕੇ ਮੰਜ਼ਿਲ ਦੇ ਉੱਪਰ ਕਦੀ ਵੀ ਨਹੀਂ ਪਹੁੰਚਿਆ ਜਾ ਸਕਦਾ। ਡੌਂਕਰ ਪੈਸੇ ਲੈ ਕੇ ਵਾਪਸ ਚਲਿਆ ਗਿਆ ਸੀ। ਦੁਪਹਿਰ ਨੂੰ ਫਿਰ ਸਾਰਿਆਂ ਨੇ ਰਾਤ ਦੀ ਤਰ੍ਹਾਂ ਆਲੂ ਚੌਲ ਬਣਾਏ ਤੇ ਖਾ ਲਏ। ਡੌਂਕਰ ਸ਼ਾਮ ਨੂੰ ਸਾਰਿਆਂ ਦਾ ਸਮਾਨ ਲੈ ਕੇ ਵਾਪਸ ਪਰਤ ਆਇਆ। ਜਿਸ ਕਿਸੇ ਨੇ ਬੂਟ ਮੰਗਵਾਏ ਸੀ ਡੌਂਕਰਾਂ ਨੇ ਉਹਨਾਂ ਲਈ ਪੁਰਾਣੇ ਬੂਟ ਲੈ ਆਂਦੇ ਤੇ ਜਿਹੜਾ ਸਮਾਨ ਕਿਸੇ ਹੋਰ ਨੇ ਮੰਗਵਾਇਆ ਸੀ ਉਹਦੇ ਲਈ ਉਹ ਵੀ ਲੈ ਆਂਦਾ ਗਿਆ। ਪੰਜਾਬ ਵਿੱਚ ਹੋ ਸਕਦਾ ਉਹਨਾਂ ਮੁੰਡਿਆਂ ਨੇ ਇਹੋ ਜਿਹੇ ਪੁਰਾਣੇ ਬੂਟ ਪਾਉਣ ਤੋਂ ਆਪਣੇ ਘਰ ਵਾਲਿਆਂ ਨੂੰ ਮਨਾ ਕਰ ਦਿੱਤਾ ਹੋਵੇਗਾ, ਪਰ ਸਭ ਸਮੇਂ-ਸਮੇਂ ਦੀ ਗੱਲ ਹੁੰਦੀ ਆ। ਅੱਜ ਉਹੀ ਮੁੰਡੇ ਪੁਰਾਣੇ ਬੂਟਾਂ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਕੇ ਖੁਸ਼ੀ ਮਹਿਸੂਸ ਕਰ ਰਹੇ ਸੀ। ਅੱਜ ਡੌਂਕਰਾਂ ਨੇ ਸਾਰਿਆਂ ਲਈ ਬ੍ਰੈਡ ਵੀ ਲਿਆਂਦੇ ਸੀ ਤੇ ਨਾਲ ਮੋਟਾ ਮਾਸ ਵੀ ਲਿਆਂਦਾ ਸੀ, ਕਿਉਂਕਿ ਡੌਂਕਰ ਵੀ ਚੰਗੀ ਤਰ੍ਹਾਂ ਨਾਲ ਜਾਣਦੇ ਸੀ ਕਿ ਭੁੱਖੇ ਢਿੱਡ ਤੇ ਕਦੀ ਬ੍ਰੈਡਾਂ ਦੇ ਸਹਾਰੇ ਜੰਗਲ ਪਾਰ ਨਹੀਂ ਕੀਤੇ ਜਾ ਸਕਦੇ। ਰਾਤ ਨੂੰ ਸਾਰਿਆਂ ਨੇ ਹੀ ਭਰ ਪੇਟ ਖਾਣਾ ਖਾਧਾ ਤੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੇ ਸੀ। ਮੋਟੇ ਮੀਟ ਨੂੰ ਪੰਜਾਬੀਆਂ ਤੋਂ ਇਲਾਵਾ ਹਰ ਇੱਕ ਨੇ ਚਾਅ ਨਾਲ ਖਾਧਾ ਸੀ, ਪਰ ਪੰਜਾਬੀਆਂ ਨੂੰ ਵੀ ਮਜਬੂਰਨ ਖਾਣਾ ਹੀ ਪੈ ਰਿਹਾ ਸੀ। ਡੌਂਕਰ ਵਾਪਸ ਚਲੇ ਗਏ ਸੀ ਤੇ ਮੁੰਡਿਆਂ ਨੂੰ ਤੜਕੇ ਤਿਆਰ ਰਹਿਣ ਲਈ ਕਹਿ ਗਏ ਸੀ। ਅਗਲੇ ਦਿਨ ਤੜਕੇ ਡੌਂਕਰ ਉਸ ਘਰ ਦੇ ਵਿੱਚ ਆਏ ਤੇ 50 ਮੁੰਡਿਆਂ ਨੂੰ ਨਾਲ ਲੈ ਕੇ ਇੱਕ ਵੱਡੀ ਬੱਸ ਵਿੱਚ ਬਿਠਾ ਕੇ ਕੁਲਾਮਾ ਤੋਂ ਬੱਸ ਨੂੰ ਤੋਰ ਲਿਆ ਗਿਆ। 2 ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇੱਕ ਪਹਾੜ ਦੇ ਕੋਲ ਬੱਸ ਨੂੰ ਰੋਕਿਆ ਗਿਆ ਤੇ ਸਾਰਿਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਲਿਆ ਗਿਆ। ਡੌਂਕਰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਪਹਾੜ ਵੱਲ ਨੂੰ ਹੋ ਤੁਰੇ ਸੀ। ਬੱਸ ਵਾਲਾ ਆਪਣੀ ਬੱਸ ਨੂੰ ਲੈ ਕੇ ਅੱਗੇ ਚਲਿਆ ਗਿਆ ਸੀ। ਡੌਂਕਰਾਂ ਦੇ ਨਾਲ ਸਾਰੇ ਮੁੰਡੇ ਪਹਾੜ ਚੜ੍ਹਨ ਲੱਗੇ ਸੀ। ਇਹਨਾਂ ਪਹਾੜਾਂ ਨੂੰ ਸੁੱਕੇ ਪਹਾੜ ਵੀ ਆਖਿਆ ਜਾਂਦਾ ਆ, ਕਿਉਂਕਿ ਇਹਨਾਂ ਪਹਾੜਾਂ ਦੇ ਉੱਪਰ ਦਰਖਤ ਬਹੁਤ ਘੱਟ ਹੁੰਦੇ ਆ ਤੇ ਜ਼ਿਆਦਾ ਛੋਟਾ ਘਾਹ ਹੀ ਹੁੰਦਾ ਆ। ਇਹੋ ਜਿਹੇ ਪਹਾੜਾਂ ਦੇ ਉੱਪਰ ਚੜ੍ਹਨਾ ਉਤਰਨਾ ਬਹੁਤ ਮੁਸ਼ਕਲ ਹੁੰਦਾ। ਸਾਰਾ ਦਿਨ ਸਾਰੇ ਮੁੰਡੇ ਇੱਕ ਦੂਜੇ ਦਾ ਹੱਥ ਫੜ ਕੇ ਪਹਾੜ ਉੱਤਰਦੇ ਚੜ੍ਹਦੇ ਰਹੇ ਸੀ। ਸ਼ਾਮ ਹੋਣ ਤੱਕ ਸਾਰੇ ਜਣੇ ਥੱਕ ਚੁੱਕੇ ਸੀ, ਪਰ ਡੌਂਕਰ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਸੀ। ਜਦੋਂ ਕਾਫੀ ਹਨੇਰਾ ਹੋ ਗਿਆ ਤਾਂ ਰਾਤ ਦੇ 10 ਵਜੇ ਡੌਂਕਰ ਇੱਕ ਜਗ੍ਹਾ ਰੁਕ ਗਏ ਸੀ। ਇਸ ਥਾਂ ਡੌਂਕਰਾਂ ਨੇ ਪਹਿਲਾਂ ਹੀ ਰੁਕਣ ਲਈ ਆਪਣਾ ਟਿਕਾਣਾ ਬਣਾਇਆ ਹੋਇਆ ਸੀ। ਇਸ ਜਗ੍ਹਾ ਰੁਕ ਕੇ ਸਾਰਿਆਂ ਨੇ ਬ੍ਰੈਡ ਵਗੈਰਾ ਖਾਧੇ ਤੇ ਆਰਾਮ ਕਰਨ ਲਈ ਜ਼ਮੀਨ ਦੇ ਉੱਤੇ ਲੰਮੇ ਪੈ ਗਏ ਸੀ। ਇਸ ਸਫ਼ਰ ਵਿੱਚ ਪੀਣ ਲਈ ਪਾਣੀ ਜੋ ਵਰਤਿਆ ਜਾ ਰਿਹਾ ਸੀ ਉਹ ਇਹਨਾਂ ਹੀ ਪਹਾੜਾਂ ਦਾ ਪਾਣੀ ਸੀ। ਇਸ ਪਾਣੀ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਤੇ ਨਾ ਹੀ ਬਹੁਤਾ ਚੰਗਾ ਕਿਹਾ ਜਾ ਸਕਦਾ ਆ। ਇਹੋ ਜਿਹਾ ਪਾਣੀ ਪੀਣ ਨਾਲ ਕਈ ਮੁੰਡਿਆਂ ਦੀ ਸਿਹਤ ਵੀ ਖਰਾਬ ਹੋਣ ਲੱਗੀ ਸੀ, ਪਰ ਡੌਂਕਰਾਂ ਨੂੰ ਕਿਸੇ ਦੀ ਸਿਹਤ ਦਾ ਕੋਈ ਫਿਕਰ ਨਹੀਂ ਸੀ। ਅਗਲੇ ਦਿਨ ਸਵੇਰੇ ਜਦੋਂ ਥੋੜਾ ਚਾਨਣ ਹੋਇਆ ਤਾਂ ਡੌਂਕਰਾਂ ਨੇ ਫਿਰ ਸਾਰਿਆਂ ਨੂੰ ਆਪਣੇ ਨਾਲ ਲਿਆ ਤੇ ਅਗਲੇ ਪਹਾੜ ਮਿੰਤੀ ਕਰਨ ਲੱਗੇ। ਦੁਪਹਿਰ ਦੇ 4 ਵਜੇ ਤੱਕ ਸਾਰੇ ਜਣੇ 2 ਪਹਾੜਾਂ ਦੀ ਉਤਰਾਈ ਚੜਾਈ ਦੀ ਮਿੰਤੀ ਆਪਣੇ ਪੈਰਾਂ ਨਾਲ ਕਰ ਚੁੱਕੇ ਸੀ। ਦੂਜਾ ਪਹਾੜ ਪਾਰ ਕਰਦਿਆਂ ਹੀ ਉਹਨਾਂ ਨੂੰ ਇੱਕ ਸੜਕ ਨਜ਼ਰੀ ਆਉਣ ਲੱਗੀ ਸੀ, ਪਰ ਡੌਂਕਰਾਂ ਨੇ ਸਾਰਿਆਂ ਨੂੰ ਪਹਾੜ ਵਿੱਚ ਲੁਕ ਕੇ ਬੈਠੇ ਰਹਿਣ ਲਈ ਕਿਹਾ। ਅੱਧਾ ਕੁ ਘੰਟਾ ਬੈਠੇ ਰਹਿਣ ਮਗਰੋਂ ਦੂਰ ਸੜਕ ਦੇ ਉੱਪਰ ਇੱਕ ਬੱਸ ਆ ਕੇ ਰੁਕੀ ਤਾਂ ਉਸਨੇ 4 ਵਾਰ ਹਾਰਨ ਵਜਾਇਆ। ਬੱਸ ਫਿਰ ਕੀ, ਡੌਂਕਰਾਂ ਨੇ ਸਾਰਿਆਂ ਨੂੰ ਭੱਜ ਕੇ ਬੱਸ ਵਿੱਚ ਬਹਿ ਜਾਣ ਦਾ ਇਸ਼ਾਰਾ ਕਰ ਦਿੱਤਾ। ਦੇਖਦੇ ਹੀ ਦੇਖਦੇ ਸਾਰੇ ਮੁੰਡੇ ਇੱਕ ਦੂਜੇ ਤੋਂ ਮੂਹਰੇ ਭੱਜ ਕੇ ਬੱਸ ਵਿੱਚ ਬਹਿ ਗਏ ਸੀ। ਸਾਰੇ ਮੁੰਡਿਆਂ ਦੇ ਬਹਿੰਦਿਆਂ ਸਾਰੀ ਬੱਸ ਨੂੰ ਫੇਰ ਤੋਰ ਲਿਆ ਗਿਆ ਸੀ। 4 ਘੰਟੇ ਦਾ ਸਫ਼ਰ ਤੈਅ ਕਰਕੇ ਬੱਸ ਰਿਵਾਸ ਸ਼ਹਿਰ ਦੇ ਵਿੱਚ ਪਹੁੰਚ ਗਈ। ਰਿਵਾਸ ਸ਼ਹਿਰ ਦੇ ਵਿੱਚੋਂ ਦੀ ਲੰਘਦੀ ਹੋਈ ਬੱਸ ਇੱਕ ਵੱਡੀ ਸਾਰੀ ਇਮਾਰਤ ਮੂਹਰੇ ਰੁਕ ਗਈ ਸੀ। ਡੌਂਕਰਾਂ ਨੇ ਸਾਰਿਆਂ ਨੂੰ ਛੇਤੀ ਬੱਸ ਦੇ ਵਿੱਚੋਂ ਬਾਹਰ ਕੱਢਿਆ ਤੇ ਉਸ ਇਮਾਰਤ ਦੇ ਵਿੱਚ ਲੈ ਗਏ। ਉਸ ਇਮਾਰਤ ਵਿੱਚ ਡੌਂਕਰਾਂ ਨੇ ਸ਼ਾਇਦ ਪਹਿਲਾਂ ਹੀ ਇੱਕ ਵੱਡਾ ਕਮਰਾ ਕਿਰਾਏ ਤੇ ਲੈ ਲਿਆ ਸੀ। ਵੈਸੇ ਤਾਂ ਇਸ ਕਮਰੇ ਵਿੱਚ 15 ਤੋਂ ਜ਼ਿਆਦਾ ਬੰਦੇ ਨਹੀਂ ਰਹਿ ਸਕਦੇ ਸੀ,
ਪਰ ਡੌਂਕਰਾਂ ਨੇ 50 ਜਣਿਆਂ ਨੂੰ ਹੀ ਇਸ ਕਮਰੇ ਵਿੱਚ ਧੱਕ ਦਿੱਤਾ ਸੀ। ਕਮਰੇ ਵਿੱਚ 50 ਦੇ ਲੰਮੇ ਪੈਣ ਦੀ ਜਗ੍ਹਾ ਤਾਂ ਨਹੀਂ ਸੀ, ਪਰ ਬੈਠ ਜ਼ਰੂਰ ਸਕਦੇ ਸੀ। ਕਈ ਮੁੰਡੇ ਤਾਂ ਕਹਿੰਦੇ ਸੀ ਕਿ ਇਸ ਤੋਂ ਵਧੀਆ ਤਾਂ ਜੰਗਲ ਵਿੱਚ ਹੀ ਸੀ, ਜਿੱਥੇ ਚੰਗੀ ਤਰ੍ਹਾਂ ਨਾਲ ਖੁੱਲ੍ਹ ਕੇ ਲੰਮੇ ਤਾਂ ਪੈ ਹੀ ਸਕਦੇ ਸੀ। ਪਰ ਕਈਆਂ ਦਾ ਮੰਨਣਾ ਇਹ ਵੀ ਸੀ ਕਿ ਕਮਰਾ ਭਾਵੇਂ ਛੋਟਾ ਆ, ਪਰ ਸਿਰ ਢੱਕਣ ਲਈ ਛੱਤ ਤਾਂ ਹੈ। ਰਾਤ ਦਾ ਕੀ ਆ, ਆਪਾਂ ਬਹਿ ਕੇ ਵੀ ਗੁਜ਼ਾਰਾ ਕਰ ਲਵਾਂਗੇ। ਰਿਵਾਸ ਸ਼ਹਿਰ ਦੀ ਆਬਾਦੀ ਕਾਫੀ ਸੰਘਣੀ ਆ। ਇਹ ਸ਼ਹਿਰ ਆਬਾਦੀ ਦੇ ਨਾਲ ਹੀ ਸਮੁੰਦਰ ਦੇ ਨਾਲ ਵੀ ਲੱਗਦਾ ਆ। ਇਹ ਸ਼ਹਿਰ ਦੇ ਕਾਫੀ ਇਲਾਕੇ ਵਿੱਚ ਖੇਤੀ ਵੀ ਕੀਤੀ ਜਾਂਦੀ ਆ। ਰਿਵਾਸ ਸ਼ਹਿਰ ਵਿੱਚ ਉਹਨਾਂ ਸਾਰਿਆਂ ਨੂੰ 2 ਦਿਨ ਰੱਖਿਆ ਗਿਆ ਸੀ। ਤੀਜੇ ਦਿਨ ਸਾਰੇ ਮੁੰਡਿਆਂ ਨੂੰ ਰਾਤ ਦੇ 11 ਵਜੇ ਬੱਸ ਵਿੱਚ ਬਿਠਾ ਕੇ ਸ਼ਹਿਰ ਤੋਂ ਬਾਹਰ ਖੇਤਾਂ ਕੋਲ ਉਤਾਰ ਦਿੱਤਾ ਗਿਆ। ਇੱਥੋਂ ਉਹਨਾਂ ਸਾਰਿਆਂ ਨੇ ਤੁਰ ਕੇ ਅੱਗੇ ਜਾਣਾ ਸੀ। ਡੌਂਕਰ ਸਾਰੇ ਗਰੁੱਪ ਨੂੰ ਆਪਣੇ ਨਾਲ ਲੈ ਕੇ ਖੇਤਾਂ ਵਿੱਚੋਂ ਦੀ ਹੁੰਦੇ ਹੋਏ ਆਪਣੀ ਮੰਜ਼ਿਲ ਵੱਲ ਨੂੰ ਵਧਣ ਲੱਗੇ ਸੀ। ਖੇਤਾਂ ਵਿੱਚ ਪਾਣੀ ਹੋਣ ਕਰਕੇ ਤੁਰਨਾ ਮੁਸ਼ਕਲ ਹੋ ਰਿਹਾ ਸੀ। ਕਦੀ ਖੇਤਾਂ ਵਿੱਚ ਤੇ ਕਦੀ ਜੰਗਲਾਂ ਰਾਹੀਂ, ਕਦੀ ਖੇਤਾਂ ਵਿੱਚ ਤੇ ਕਦੀ ਜੰਗਲੀ ਰਾਹ ਪਾਰ ਕਰਦਿਆਂ ਇਹ ਕਾਫਲਾ ਅੱਗੇ ਵੱਧਦਾ ਹੀ ਜਾ ਰਿਹਾ ਸੀ। ਦੀਪ ਹੋਰੀ ਛੋਟੇ-ਛੋਟੇ ਸ਼ਹਿਰਾਂ ਦੇ ਬਾਹਰੋਂ ਬਾਹਰ ਜੰਗਲਾਂ ਦੇ ਰਾਹੀ ਰਾਹ ਤੁਰਦੇ ਜਾਂਦੇ ਸੀ। ਅਗਲੇ ਦਿਨ ਮਾਤਾ ਦੀ ਚਾਨਣਾ ਜੰਗਲ ਵਿੱਚੋਂ ਦੀ ਹੁੰਦੇ ਹੋਏ ਕਾਫਲਾ ਗਰਾਨਾਦੋ ਵਿੱਚ ਪਹੁੰਚ ਗਿਆ ਸੀ। ਇੱਥੇ ਵੀ ਡੌਂਕਰਾਂ ਨੇ ਪਹਿਲਾਂ ਹੀ ਆਪਣੇ ਰਹਿਣ ਲਈ ਜਗ੍ਹਾ ਸ਼ਹਿਰੋਂ ਬਾਹਰ ਜੰਗਲ ਦੇ ਵਿੱਚ ਹੀ ਬਣਾਈ ਹੋਈ ਸੀ। ਸਾਰੀ ਰਾਤ ਸਾਰੇ ਜਣੇ ਜੰਗਲ ਵਿੱਚ ਹੀ ਰਹੇ, ਬ੍ਰੈਡ ਵਗੈਰਾ ਖਾ ਕੇ ਗੁਜ਼ਾਰਾ ਕੀਤਾ। ਪਰ ਜਦੋਂ ਉਹਨਾਂ ਨੂੰ ਜੰਗਲ ਦਾ ਪਾਣੀ ਪੀਣਾ ਪੈਂਦਾ ਤਾਂ ਉਸ ਵਕਤ ਸਾਰਿਆਂ ਨੂੰ ਬੀਤਿਆ ਵੇਲਾ ਯਾਦ ਆਉਂਦਾ ਸੀ। ਉਹ ਖਾਲੇ ਵਿੱਚ ਤੈਰਦੀ ਲਾਸ਼ ਅੱਖਾਂ ਮੂਹਰੇ ਘੁੰਮਣ ਲੱਗਦੀ। ਉਹ ਪਾਣੀ ਵਿੱਚ ਪਈਆਂ ਇਨਸਾਨੀ ਹੱਡੀਆਂ ਦੇ ਪਿੰਜਰ ਸਾਫ਼-ਸਾਫ਼ ਦਿਖਾਈ ਦੇਣ ਲੱਗਦੇ ਸੀ। ਕੋਈ ਤਾਂ ਦਿਲ ਉੱਤੇ ਪੱਥਰ ਧਰ ਕੇ ਅੱਖਾਂ ਨੂੰ ਬੰਦ ਕਰਕੇ ਪਾਣੀ ਦਾ ਭਰਿਆ ਹੋਇਆ ਬੁੱਕ ਪੀ ਜਾਂਦਾ, ਤੇ ਕੋਈ ਬੁੱਕ ਵਾਲਾ ਪਾਣੀ ਜ਼ਮੀਨ ਉੱਤੇ ਡੋਲਦਾ ਹੋਇਆ ਆਪਣੇ ਹੰਝੂਆਂ ਨਾਲ ਗਿੱਲੀਆਂ ਹੋਈਆਂ ਅੱਖਾਂ ਨੂੰ ਪੂੰਝਦਾ ਬਿਨ ਪਾਣੀ ਪੀਤੇ ਹੀ ਵਾਪਸ ਪਰਤ ਆਉਂਦਾ। ਅਗਲੇ ਦਿਨ ਸਵੇਰ ਹੁੰਦੇ ਸਾਰਾ ਕਾਫਲਾ ਆਪਣੀ ਮੰਜ਼ਿਲ ਵੱਲ ਨੂੰ ਵਧਣ ਲੱਗਾ ਸੀ। ਤੁਰਦਿਆਂ ਪੰਧ ਨੂੰ ਮੁਕਾਉਂਦੇ ਸਾਰੇ ਜਣੇ ਡੌਂਕਰਾਂ ਦੇ ਨਾਲ ਅੱਗੇ ਵਧਦੇ ਜਾ ਰਹੇ ਸੀ। ਇਸੇ ਤਰ੍ਹਾਂ ਹੀ ਤੁਰਦਿਆਂ ਕਦੀ ਖੇਤ ਤੇ ਜੰਗਲ ਪਹਾੜਾਂ ਨੂੰ ਪਾਰ ਕਰਦਿਆਂ ਮਸਾਇਆ ਸ਼ਹਿਰ ਦੇ ਬਾਹਰ ਜੰਗਲ ਵਿੱਚ ਹੀ ਡੇਰਾ ਲਾ ਲਿਆ ਸੀ। ਘੰਟਾ ਕੁ ਆਰਾਮ ਕਰਨ ਤੋਂ ਬਾਅਦ ਡੌਂਕਰ ਮਸਾਇਆ ਸ਼ਹਿਰ ਚਲੇ ਗਏ ਤੇ ਹਮੇਸ਼ਾ ਦੀ ਤਰ੍ਹਾਂ ਕੁਝ ਖਾਣ ਲਈ ਸਮਾਨ ਲਿਆਂਦਾ ਗਿਆ। ਇਸ ਜੰਗਲ ਵਿੱਚ ਥੋੜਾ ਰੁਕਣ ਤੋਂ ਬਾਅਦ ਸਾਰੇ ਜਣੇ ਫਿਰ ਅੱਗੇ ਨੂੰ ਤੁਰਨ ਲੱਗੇ ਸੀ। ਇਸੇ ਤਰ੍ਹਾਂ ਹੀ ਤੁਰਦੇ ਉਹਨਾਂ ਸਭ ਨੇ ਸ਼ਹਿਰ ਮਾਨਾਗੂਆ ਪਾਰ ਕੀਤਾ ਸੀ। ਮਾਨਾਗੂਆ ਸ਼ਹਿਰ ਬਹੁਤ ਵੱਡਾ ਆ। ਇਹ ਸ਼ਹਿਰ ਦੇ ਇੱਕ ਪਾਸੇ ਸਮੁੰਦਰ ਤੇ ਇੱਕ ਪਾਸੇ ਪਹਾੜ ਆ, ਬਾਕੀ ਸਾਰਾ ਜੰਗਲੀ ਇਲਾਕਾ ਆ। ਉਹਨਾਂ ਸਾਰਿਆਂ ਦਾ ਇੱਕ ਕਦਮ ਬਾਰਡਰ ਵੱਲ ਵੱਧਦਾ ਜਾ ਰਿਹਾ ਸੀ। ਮਾਨਾਗੂਆ ਦੇ ਜੰਗਲ ਵਿੱਚ ਉਹਨਾਂ ਸਾਰਿਆਂ ਨੂੰ ਰਾਤ ਦੇ ਹਨੇਰੇ ਵਿੱਚ 2 ਛੋਟੀਆਂ ਮਿੰਨੀ ਬੱਸਾਂ ਵਿੱਚ ਬਿਠਾ ਕੇ ਅੱਗੇ ਲਿਜਾਇਆ ਗਿਆ। ਕਾਲੀ ਰਾਤ ਦੇ ਹਨੇਰੇ ਵਿੱਚ ਬੱਸਾਂ ਆਪਣੀ ਰਫ਼ਤਾਰ ਦੇ ਨਾਲ ਅੱਗੇ ਵਧਣ ਲੱਗੀਆਂ ਸੀ। ਛੋਟੇ ਵੱਡੇ ਸ਼ਹਿਰ ਪਿੰਡ ਪਿੱਛੇ ਰਹਿ ਗਏ ਸੀ। 15 ਕੁ ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਦੋਵੇਂ ਬੱਸਾਂ ਸੰਤਾ ਲੂਕੀਆ ਪਹੁੰਚ ਗਈਆਂ ਸੀ। ਬੱਸਾਂ ਵਾਲੇ ਸਾਰਿਆਂ ਨੂੰ ਜੰਗਲ ਵਿੱਚ ਉਤਾਰ ਕੇ ਆਪ ਅੱਗੇ ਜਾ ਕੇ ਫਿਰ ਪਿੱਛੇ ਨੂੰ ਮੁੜ ਗਏ ਸੀ। ਜੰਗਲ ਵਿੱਚੋਂ ਦੀ ਹੁੰਦੇ ਹੋਏ ਸਾਰੇ ਜਣੇ ਅੱਗੇ ਨੂੰ ਵਧ ਰਹੇ ਸੀ। ਹੁਣ ਦੱਸ ਸਾਈਂ, ਤੁਹਾਡੇ ਰੋਜ਼ੇ ਕਿੰਨੇ ਕੁ ਦਿਨਾਂ ਦੇ ਹੁੰਦੇ ਆ? ਆਪਣੇ ਢਿੱਡ ਨੂੰ ਨੱਪਦਿਆਂ ਕਾਫਲੇ ਵਿੱਚੋਂ ਇੱਕ ਜਣੇ ਨੇ ਅਨਵਰ ਨੂੰ ਪੁੱਛਿਆ। ਭਾਈ ਜਾਨ, ਅਸਾਂ ਤਾਂ ਸਵੇਰੇ ਰੋਜ਼ਾ ਰੱਖ ਕੇ ਤਰਕਾਲਾਂ ਨੂੰ ਖੋਲ ਛੱਡੀਦਾ, ਪਰ ਆਹ ਰੋਜ਼ੇ ਤਾਂ ਵਾਹਵਾ ਹੀ ਲੰਮੇ ਹੋ ਗਏ ਆ। ਭੁੱਖ ਨਾਲ ਤੜਫਦੇ ਹੋਏ ਅਨਵਰ ਨੇ ਜਵਾਬ ਦਿੱਤਾ। ਰੱਬ ਭਲੀ ਕਰੂਗਾ, ਤੁਸੀਂ ਹੌਸਲਾ ਨਾ ਛੱਡੋ। ਦੀਪ ਸਾਰਿਆਂ ਨੂੰ ਹੱਲਾਸ਼ੇਰੀ ਦੇ ਰਿਹਾ ਸੀ। ਹੁਣ 2 ਦਿਨਾਂ ਤੋਂ ਉਹਨਾਂ ਮੁੰਡਿਆਂ ਨੂੰ ਕੁਝ ਵੀ ਖਾਣ ਨੂੰ ਨਹੀਂ ਸੀ ਦਿੱਤਾ ਗਿਆ, ਕਿਉਂਕਿ ਇਹ ਸਾਰਾ ਰਾਹ ਹੀ ਜੰਗਲ ਜਾਂ ਪਹਾੜ ਦਾ ਸੀ। ਬੱਸਾਂ ਵਾਲਿਆਂ ਨੇ ਵੀ ਕਿਤੇ ਬੱਸਾਂ ਨਹੀਂ ਰੋਕੀਆਂ ਸੀ ਤੇ ਨਾ ਹੀ ਡੌਂਕਰਾਂ ਨੇ ਉਹਨਾਂ ਨੂੰ ਰੋਕਣ ਲਈ ਕਿਹਾ ਸੀ। ਇਹਨਾਂ ਰਸਤਿਆਂ ਉੱਪਰ ਪੁਲਿਸ ਦਾ ਡਰ ਹੋਣ ਕਰਕੇ ਡੌਂਕਰ ਇਹ ਸਭ ਕੁਝ ਪਹਿਲਾਂ ਤੋਂ ਹੀ ਜਾਣਦੇ ਸੀ। ਇਸੇ ਲਈ ਉਹਨਾਂ ਨੇ ਜਾਣ-ਬੁੱਝ ਕੇ ਖਤਰਾ ਮੁੱਲ ਲੈਣਾ ਠੀਕ ਵੀ ਨਹੀਂ ਸਮਝਿਆ ਸੀ। ਇਹ ਸਾਰੇ ਕਾਫਲੇ ਵਾਲਿਆਂ ਨੂੰ ਪਤਾ ਨਹੀਂ ਨਾਤਿਆਂ ਕਿੰਨੇ ਕੁ ਦਿਨ ਹੋ ਗਏ ਸੀ। ਸ਼ਾਇਦ ਉਹਨਾਂ ਨੂੰ ਆਪ ਵੀ ਯਾਦ ਨਹੀਂ ਹੋਵੇਗਾ। ਹੁਣ ਤੱਕ ਤਕਰੀਬਨ ਸਾਰਿਆਂ ਦੇ ਹੀ ਸਰੀਰ ਉੱਪਰ ਖੁਰਕ ਜਾਂ ਫਿਰ ਕਿਸੇ ਮੁੰਡੇ ਦੇ ਧੱਫੜ ਜਿਹੇ ਨਿਕਲਣ ਲੱਗੇ ਸੀ। ਕਿਸੇ ਦੇ ਤਾਂ ਸਿਰ ਵਿੱਚ ਜੂਆਂ ਵੀ ਪੈ ਗਈਆਂ ਸੀ, ਪਰ ਕੋਈ ਵੀ ਕੁਝ ਨਹੀਂ ਕਰ ਸਕਦਾ ਸੀ। ਰਾਤੋਂ ਰਾਤ ਸੰਤਾ ਲੂਕੀਆ ਦਾ ਜੰਗਲ ਪਾਰ ਕਰਕੇ ਸਾਰੇ ਜਣੇ ਲਿਓਨ ਵੱਲ ਨੂੰ ਵਧਦੇ ਜਾ ਰਹੇ ਸੀ। ਸਾਰੀ ਰਾਤ ਤੁਰਦਿਆਂ ਤੇ ਅਗਲੇ ਦਿਨ ਦੁਪਹਿਰ ਦੇ 4 ਵਜੇ ਇਹ ਕਾਫਲਾ ਸ਼ਹਿਰ ਲਿਓਨ ਦੇ ਨੇੜੇ ਜੰਗਲ ਦੇ ਵਿੱਚ ਪਹੁੰਚ ਗਿਆ। ਲਿਓਨ ਸ਼ਹਿਰ ਕੋਈ ਬਹੁਤਾ ਵੱਡਾ ਸ਼ਹਿਰ ਨਹੀਂ ਆ। ਇਹ ਸਮਝ ਲਓ ਕਿ ਕਾਫੀ ਵੱਡਾ ਕਸਬਾ ਆ। ਲਿਓਨ ਸ਼ਹਿਰ ਦੇ ਇੱਕ ਪਾਸੇ ਸਮੁੰਦਰ ਆ ਤੇ ਬਾਕੀ 3 ਪਾਸਿਆਂ ਤੋਂ ਜੰਗਲ ਦੇ ਨਾਲ ਹੀ ਸ਼ਹਿਰ ਘਿਰਿਆ ਹੋਇਆ ਆ। ਡੌਂਕਰ ਸਾਰੇ ਕਾਫਲੇ ਨੂੰ ਲਿਓਨ ਦੇ ਜੰਗਲ ਵਿੱਚ ਬਿਠਾ ਕੇ ਆਪ ਉਸ ਸ਼ਹਿਰ ਰੂਪੀ ਕਸਬੇ ਵਿੱਚੋਂ ਕੁਝ ਖਾਣ ਦਾ ਸਮਾਨ ਲੈਣ ਲਈ ਚਲੇ ਗਏ ਸੀ। ਇਹ ਸਾਰੇ ਸਫ਼ਰ ਵਿੱਚ ਜ਼ਿਆਦਾਤਰ ਖਾਣ ਲਈ ਬ੍ਰੈਡ ਹੀ ਦਿੱਤੇ ਗਏ ਸੀ। ਸ਼ਾਮੀ ਜੇ ਡੌਂਕਰ ਹਮੇਸ਼ਾ ਦੀ ਤਰ੍ਹਾਂ ਬ੍ਰੈਡਾਂ ਦਾ ਬੂਰਾ ਭਰ ਕੇ ਜੰਗਲ ਵਿੱਚ ਵਾਪਸ ਪਰਤ ਆਉਂਦੇ ਆ। ਡੌਂਕਰਾਂ ਨੇ ਸਾਰਿਆਂ ਨੂੰ ਹਿੱਸੇ ਆਉਂਦੇ ਬ੍ਰੈਡ ਹੀ ਦਿੱਤੇ ਸੀ ਤੇ ਸਾਰੇ ਜਣਿਆਂ ਨੇ ਫਟਾਫਟ ਭੁੱਖੇ ਸ਼ਹਿਰ ਵਾਂਗੂ ਬ੍ਰੈਡ ਖਾ ਲਿਆ ਸੀ, ਕਿਉਂਕਿ ਪੇਟ ਦੀ ਭੁੱਖ ਨੂੰ ਜਰਨਾ ਬਹੁਤ ਔਖਾ ਹੁੰਦਾ।
ਤੇ ਇਹੀ ਪੇਟ ਭੁੱਖ ਕਈ ਵਾਰ ਇਨਸਾਨ ਤੋਂ ਬਹੁਤ ਸਾਰੇ ਗਲਤ ਕਾਰੇ ਵੀ ਕਰਵਾ ਜਾਂਦੀ ਆ। ਡੌਂਕਰ ਆਪ ਤਾਂ ਸ਼ਹਿਰ ਗਏ, ਆਪਣੀ ਚੰਗੀ ਤਰ੍ਹਾਂ ਪੇਟ ਪੂਜਾ ਕਰਕੇ ਆਏ ਸੀ। ਸ਼ਾਇਦ ਇਸੇ ਲਈ ਉਹਨਾਂ ਨੇ ਕੁਝ ਵੀ ਨਹੀਂ ਖਾਧਾ ਸੀ। ਸਾਰਿਆਂ ਦੇ ਖਾਣਾ ਖਾਣ ਤੋਂ ਬਾਅਦ ਦੋਵੇਂ ਡੌਂਕਰ ਵਾਪਸ ਸ਼ਹਿਰ ਨੂੰ ਚਲੇ ਜਾਂਦੇ ਆ ਤੇ ਸਵੇਰੇ ਟਾਈਮ ਨਾਲ ਉੱਠਣ ਲਈ ਕਹਿ ਵੀ ਗਏ ਸੀ। ਅਗਲੇ ਦਿਨ ਲੋ ਹੁੰਦਿਆਂ ਹੀ ਦੋਵੇਂ ਡੌਂਕਰ ਜੰਗਲ ਵਿੱਚ ਵਾਪਸ ਪਹੁੰਚ ਜਾਂਦੇ ਆ। ਹੁਣ ਵੀ ਉਹਨਾਂ ਕੋਲ ਥੋੜੇ ਬਹੁਤ ਬ੍ਰੈਡ ਹੀ ਫੜੇ ਹੋਏ ਸੀ। ਡੌਂਕਰਾਂ ਨੇ ਸਭ ਨੂੰ 4-4 5-5 ਬ੍ਰੈਡ ਪੀਸ ਦਿੱਤੇ ਤੇ ਆਪ ਇੱਕ ਪਾਸੇ ਹੋ ਕੇ ਬਹਿ ਗਏ। ਜਦੋਂ ਸਭ ਨੇ ਬ੍ਰੈਡ ਪੀਸ ਖਾ ਲਏ ਤਾਂ ਡੌਂਕਰਾਂ ਨੇ ਲਿਓਨ ਦੇ ਜੰਗਲਾਂ ਤੋਂ ਅੱਗੇ ਜਾਣ ਲਈ ਆਪਣੀ ਕਮਰ ਕੱਸੀ ਤੇ ਡੌਂਕਰਾਂ ਦੇ ਮਗਰ ਸਾਰਾ ਕਾਫਲਾ ਤੁਰਿਆ ਜਾ ਰਿਹਾ ਸੀ। ਜੰਗਲ ਵਿੱਚ ਦੀ ਹੁੰਦੇ ਹੋਏ ਸਾਰੇ ਮੁੰਡੇ ਸਮੁੰਦਰ ਦੇ ਕਿਨਾਰੇ ਪਹੁੰਚ ਗਏ ਸੀ। ਸਾਰਾ ਦਿਨ ਤੁਰਦਿਆਂ ਸਭ ਦਾ ਬੁਰਾ ਹਾਲ ਹੋ ਗਿਆ ਸੀ। ਕਦੀ ਥੋੜਾ ਚਿਰ ਬਹਿ ਜਾਣਾ ਤੇ ਫਿਰ ਤੁਰ ਪੈਣਾ। ਇਸ ਤਰ੍ਹਾਂ ਤੁਰਦਿਆਂ ਰਾਤ ਦੇ 11 ਵੱਜ ਚੁੱਕੇ ਸੀ ਤੇ ਸਾਰੇ ਜਣੇ ਹੁਣ ਮੇਕ ਹਾਪਾ ਪਹੁੰਚ ਗਏ ਸੀ। ਡੌਂਕਰਾਂ ਨੇ ਸਾਰਿਆਂ ਨੂੰ ਸਵੇਰ ਹੋਣ ਤੱਕ ਇੱਥੇ ਹੀ ਰੁਕਣ ਲਈ ਕਹਿ ਦਿੱਤਾ। ਤੁਹਾਨੂੰ ਸਾਰਿਆਂ ਨੂੰ ਸਵੇਰ ਹੋਣ ਤੋਂ ਪਹਿਲਾਂ ਨਿਕਾਰਾਗੁਆ ਵਿੱਚੋਂ ਬਾਹਰ ਕੱਢ ਦਿੱਤਾ ਜਾਏਗਾ। ਡੌਂਕਰ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਸਭ ਨੂੰ ਦੱਸਿਆ। ਅੱਛਾ, ਉਹ ਕਿਵੇਂ? ਕਾਫਲੇ ਵਿੱਚੋਂ ਕਿਸੇ ਨੇ ਜਾਣਨਾ ਚਾਹਿਆ। ਸਵੇਰ ਹੋਣ ਤੋਂ ਪਹਿਲਾਂ ਇੱਕ ਬੋਟ ਇੱਥੇ ਮੇਕ ਹਾਪਾ ਦੇ ਸਮੁੰਦਰੀ ਤੱਟ ਦੇ ਉੱਪਰ ਪਹੁੰਚ ਜਾਏਗੀ ਤੇ ਤੁਹਾਨੂੰ ਸਾਰਿਆਂ ਨੂੰ ਬੋਟ ਰਾਹੀਂ ਸਮੁੰਦਰੀ ਰਸਤੇ ਐਲ ਸਲਵਾਡੋਰ ਦੇ ਵਿੱਚ ਦਾਖਲ ਕਰ ਦਿੱਤਾ ਜਾਏਗਾ। ਹੁਣ ਡੌਂਕਰ ਨੇ ਸਹੀ ਤਰੀਕੇ ਨਾਲ ਪੂਰੀ ਜਾਣਕਾਰੀ ਦਿੱਤੀ। ਚਲੋ ਫਿਰ ਤਾਂ ਠੀਕ ਆ, ਹੁਣ ਮੰਜ਼ਿਲ ਦੇ ਹੋਰ ਨੇੜੇ ਹੋਏ, ਹੌਲੀ ਜਿਹਾ ਦੀਪ ਨੇ ਕਿਹਾ। ਸਮੁੰਦਰ ਦੇ ਕਿਨਾਰੇ ਸਾਰੇ ਜਣੇ ਚੁੱਪਚਾਪ ਬੈਠੇ ਸੀ, ਪਰ ਅੰਦਰੋਂ ਅੰਦਰ ਹੀ ਡਰ ਵੀ ਰਹੇ ਸੀ, ਕਿਉਂਕਿ ਸਮੁੰਦਰ ਵਿੱਚ ਦੀ ਸਫ਼ਰ ਕਰਨ ਕਰਕੇ ਬਹੁਤ ਸਾਰੇ ਹਾਦਸੇ ਵੀ ਆਏ ਦਿਨ ਹੁੰਦੇ ਹੀ ਰਹਿੰਦੇ ਸੀ। ਕਿਤੇ ਨਾ ਕਿਤੇ ਇਹੋ ਜਿਹੀਆਂ ਭੈੜੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਸੀ। ਕਦੇ ਪਨਾਮਾ ਹਾਦਸਾ ਤੇ ਕਦੇ ਮਾਲਟੇ ਵਾਲਾ ਹਾਦਸਾ, ਜਾਂ ਕਹਿ ਲਵੋ ਤੁਰਕੀ ਵਾਲਾ ਹਾਦਸਾ। ਇਹ ਦਰਦਨਾਕ ਹਾਦਸੇ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਦੀਪ ਹੁਰਾਂ ਦੀਆਂ ਅੱਖਾਂ ਮੂਹਰੇ ਕਦੇ ਵੀ ਨਾ ਭੁੱਲਣ ਵਾਲਾ ਪਨਾਮੇ ਵਾਲਾ ਦਰਦਨਾਕ ਹਾਦਸਾ ਘੁੰਮਣ ਲੱਗਾ ਸੀ। ਅਜੇ ਬੈਠਿਆਂ ਨੂੰ 3 ਘੰਟੇ ਹੀ ਹੋਏ ਸੀ ਕਿ ਇੱਕ ਵੱਡੀ ਬੋਟ ਨੇ ਸਮੁੰਦਰ ਵਿੱਚੋਂ ਬੈਟਰੀ ਦੇ ਨਾਲ 3 ਵਾਰ ਲਾਈਟ ਮਾਰੀ। ਫਿਰ 15 ਮਿੰਟ ਕੋਈ ਇਸ਼ਾਰਾ ਨਾ ਕੀਤਾ। 15 ਮਿੰਟ ਬਾਅਦ ਫਿਰ ਇੱਕ ਵਾਰ ਉਸ ਬੋਟ ਨੇ ਬੈਟਰੀ ਦੀ ਲਾਈਟ ਦਾ 3 ਵਾਰ ਇਸ਼ਾਰਾ ਕੀਤਾ। ਇਸ ਵਾਰ ਡੌਂਕਰਾਂ ਨੇ ਵੀ ਉਸ ਨੂੰ ਬੈਟਰੀ ਦੀ ਲਾਈਟ ਦੇ ਨਾਲ 3 ਵਾਰ ਇਸ਼ਾਰਾ ਕਰ ਦਿੱਤਾ ਸੀ। 20 ਮਿੰਟਾਂ ਮਗਰੋਂ ਉਹ ਬੋਟ ਕਿਨਾਰੇ ਕੋਲ ਪਹੁੰਚ ਗਈ। ਡੌਂਕਰਾਂ ਨੇ ਸਾਰਿਆਂ ਨੂੰ ਜਲਦੀ ਉਸ ਬੋਟ ਵਿੱਚ ਚੜ੍ਹਨ ਲਈ ਆਖਿਆ। ਸਾਰੇ ਜਣੇ ਇੱਕ ਦੂਜੇ ਤੋਂ ਮੂਹਰੇ ਭੱਜਦੇ ਹੋਏ ਉਸ ਬੋਟ ਵਿੱਚ ਚੜ੍ਹਨ ਲੱਗੇ ਸੀ। ਇੱਕਦਮ ਸਾਰਿਆਂ ਦਾ ਬੋਟ ਦੇ ਇੱਕ ਪਾਸੇ ਚੜ੍ਹ ਜਾਣ ਕਰਕੇ ਬੋਟ ਇੱਕ ਪਾਸੇ ਨੂੰ ਉਲਰ ਗਈ ਤੇ ਕਈ ਮੁੰਡੇ ਸਮੁੰਦਰ ਦੇ ਪਾਣੀ ਵਿੱਚ ਡਿੱਗ ਗਏ। ਬੋਟ ਵਾਲੇ ਨੇ ਜਲਦੀ ਕੁਝ ਮੁੰਡਿਆਂ ਨੂੰ ਬੋਟ ਦੇ ਦੂਜੇ ਪਾਸੇ ਵੱਲ ਨੂੰ ਖਿੱਚਿਆ ਤੇ ਬੋਟ ਦਾ ਸੰਤੁਲਨ ਥੋੜਾ ਠੀਕ ਹੋਇਆ। ਬੋਟ ਉਲਟਣ ਤੋਂ ਬਚ ਗਈ। ਕੁਝ ਮੁੰਡਿਆਂ ਨੇ ਪਾਣੀ ਵਿੱਚ ਡਿੱਗਿਆਂ ਮੁੰਡਿਆਂ ਦੇ ਹੱਥ ਫੜ ਕੇ ਵਾਪਸ ਬੋਟ ਵਿੱਚ ਖਿੱਚ ਲਿਆ ਸੀ। ਇਸ ਤਰ੍ਹਾਂ ਇੱਕ ਹੋਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਦੋਂ ਬੋਟ ਸਮੁੰਦਰ ਦੇ ਵਿਚਕਾਰ ਚਲੇ ਗਈ ਤਾਂ ਗਿਣਤੀ ਕੀਤਿਆਂ ਪਤਾ ਲੱਗਾ ਕਿ ਇੱਕ ਬੰਗਲਾਦੇਸ਼ੀ ਮੁੰਡਾ ਘੱਟ ਆ। ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿ ਰਾਤ ਦੇ ਹਨੇਰੇ ਵਿੱਚ ਉਹ ਬੰਗਲਾਦੇਸ਼ੀ ਮੁੰਡਾ ਸਮੁੰਦਰ ਵਿੱਚ ਡੁੱਬ ਗਿਆ ਜਾਂ ਫਿਰ ਮੇਕ ਹਾਪਾ ਸਮੁੰਦਰੀ ਤੱਟ ਦੇ ਕਿਨਾਰੇ ਰਹਿ ਗਿਆ। 3 ਘੰਟੇ ਦਾ ਸਮੁੰਦਰੀ ਸਫ਼ਰ ਤੈਅ ਕਰਕੇ 49 ਜਣੇ ਬਾਰਡਰ ਪਾਰ ਕਰਕੇ ਸਵੇਰ ਦੇ 6 ਵਜੇ ਐਲ ਸਲਵਾਡੋਰ ਦੇ ਵਿੱਚ ਦਾਖਲ ਹੋ ਗਏ। ਬਾਰਡਰ ਦੇ ਦੂਜੇ ਪਾਰ ਸਮੁੰਦਰ ਦੇ ਕਿਨਾਰੇ ਡੌਂਕਰ ਪਹਿਲਾਂ ਹੀ 5 ਗੱਡੀਆਂ ਲੈ ਕੇ ਖੜੇ ਸੀ। ਬੋਟ ਵਿੱਚੋਂ ਉਤਰਦਿਆਂ ਹੀ ਸਾਰਿਆਂ ਨੂੰ ਗੱਡੀਆਂ ਵਿੱਚ ਬਿਠਾ ਕੇ ਗੱਡੀਆਂ ਨੂੰ ਤੋਰ ਲਿਆ ਗਿਆ। 4 ਘੰਟੇ ਦੇ ਸਫ਼ਰ ਤੋਂ ਬਾਅਦ ਸਾਰਿਆਂ ਨੂੰ ਐਲ ਤਰਾਂਸੀਟੋ ਦੇ ਕਸਬੇ ਦੇ ਇੱਕ ਘਰ ਦੇ ਵਿੱਚ ਰੱਖਿਆ ਗਿਆ ਸੀ। ਸੋ ਪਿਆਰੇ ਸਰੋਤਿਓ, ਉਸ ਪਾਰ ਜ਼ਿੰਦਗੀ ਨਾਵਲ ਦੇ ਸਾਰੇ ਭਾਗ ਸੁਣਨ ਲਈ ਇਸ ਚੈਨਲ ਜਾਣੀ ਕਿ ਆਰਜੇ ਕੁਲਜਿੰਦਰ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਦੀ ਨਾਲ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਨਾਵਲ ਤੁਹਾਨੂੰ ਕਿਵੇਂ ਦਾ ਲੱਗਾ। ਸੋ ਅੱਜ ਲਈ ਇੰਨਾ ਹੀ। ਜ਼ਿੰਦਗੀ